डियर स्टूडेंट्स, मैं दविंदर सिंह चहल, साइंस मास्टर, सरकारी हाई स्कूल शेरगढ़, डिस्ट्रिक्ट फाजिलका, आप सब ਦਾ ਸਵਾਗਤ ਕਰਦਾ ਹਾਂ। ਸਟੂਡੈਂਟਸ, ਅੱਜ ਜਿਹੜਾ ਟੌਪਿਕ ਆਪਾਂ ਡਿਸਕਸ ਕਰਾਂਗੇ ਉਹ ਹੈ ਕਲਾਸ 10th ਹਿਊਮਨ ਐਕਸਕ੍ਰੀਟਰੀ ਸਿਸਟਮ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਸਾਡੇ ਦਿਮਾਗ 'ਚ ਆਉਂਦਾ ਹੈ ਉਹ ਹੈ ਐਕਸਕ੍ਰੀਸ਼ਨ ਕੀ ਹੈ। ਵਾਟ ਇਜ਼ ਐਕਸਕ੍ਰੀਸ਼ਨ? ਪਿਆਰੇ ਵਿਦਿਆਰਥੀਓ, ਸਾਨੂੰ ਸਾਡੀ ਬਾਡੀ ਦੀਆਂ ਐਕਟੀਵਿਟੀਜ਼ ਨੂੰ ਜਾਰੀ ਰੱਖਣ ਲਈ એનર્ਜੀ ਦੀ ਜ਼ਰੂਰਤ ਹੁੰਦੀ ਹੈ, ਜਿਸ ਨੂੰ ਅਸੀਂ ਆਪਾਂ ਵੱਖ-ਵੱਖ ਭੋਜਨ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਾਂ। ਡਰਿੰਕਸ ਵੱਖ-ਵੱਖ ਲੈਂਦੇ ਹਾਂ, ਪੇय ਪਦਾਰਥ ਲੈਂਦੇ ਹਾਂ, ਜਿਨ੍ਹਾਂ ਤੋਂ ਸਾਨੂੰ ਊਰਜਾ ਪ੍ਰਾਪਤ ਹੁੰਦੀ ਹੈ। ਸਾਡੀ ਬਾਡੀ ਦੇ ਵਿੱਚ ਕਈ ਤਰ੍ਹਾਂ ਦੀਆਂ ਮੈਟਾਬੋਲਿਕ ਰਿਐਕਸ਼ਨਸ ਚੱਲਦੀਆਂ ਹਨ, ਜਿਨ੍ਹਾਂ ਦੇ ਬਾਈ ਪ੍ਰੋਡਕਟ ਦੇ ਰੂਪ 'ਚ ਕਈ ਤਰ੍ਹਾਂ ਦੇ ਵੇਸਟ ਪ੍ਰੋਡਕਟ ਤੇ ਕੁਝ ਟੌਕਸਿਕ ਮਟੀਰੀਅਲ ਬਣਦੇ ਹਨ। ਜੇਕਰ ਇਹ ਟੌਕਸਿਕ ਮਟੀਰੀਅਲ ਸਾਡੇ ਸਰੀਰ ਦੇ ਵਿੱਚ ਰਹਿਣ ਤਾਂ ਇਹ ਸਾਨੂੰ ਬਿਮਾਰ ਕਰ ਦੇਣਗੇ ਜਾਂ ਸਾਡੀ ਮੌਤ ਵੀ ਹੋ ਸਕਦੀ ਹੈ। ਤਾਂ ਐਕਸਕ੍ਰੀਸ਼ਨ ਕੀ ਹੈ ਉਸ ਨੂੰ ਸਮਝਣ ਲਈ ਸਿੰਪਲ ਸਾਡੀ ਬਾਡੀ ਦੇ ਵੇਸਟ ਪਲੱਸ ਟੌਕਸਿਕ ਮਟੀਰੀਅਲਸ ਇਹਨਾਂ ਨੂੰ ਬਾਡੀ ਦੇ ਵਿੱਚੋਂ ਆਊਟ ਕਰਨਾ, ਬਾਹਰ ਕੱਢਣਾ, ਇਹ ਹੁੰਦਾ ਹੈ ਐਕਸਕ੍ਰੀਸ਼ਨ। ਹੁਣ ਐਕਸਕ੍ਰੀਸ਼ਨ ਬਾਡੀ ਦੇ ਕਈ ਭਾਗ ਕਰਦੇ ਹਨ, ਕਈ ਪਾਰਟਸ ਕਰਦੇ ਹਨ, ਜਿਵੇਂ ਕਿ ਲੰਗਸ, ਸਕਿਨ, ਆਈਜ਼, ਬਟ ਮੇਨ ਜਿਹੜਾ ਸਾਡਾ ਐਕਸਕ੍ਰੀਸ਼ਨ ਦਾ ਆਰਗਨ ਹੈ ਉਹ ਹੈ ਕਿਡਨੀਜ਼। ਤਾਂ ਦੇਖਦੇ ਹਾਂ ਐਕਸਕ੍ਰੀਟਰੀ ਸਿਸਟਮ ਕਿਸ ਤਰ੍ਹਾਂ ਦਾ ਹੁੰਦਾ ਹੈ। ਤਾਂ ਉਸ ਨੂੰ ਇੱਕ ਡਾਇਗਰਾਮ ਬਣਾ ਕੇ ਆਪਾਂ ਦੇਖਦੇ ਹਾਂ। ਹਿਊਮਨ ਐਕਸਕ੍ਰੀਟਰੀ ਸਿਸਟਮ ਸਿੰਪਲ, ਇਸ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਉਹ ਹੈ one pair of kidneys। ਕਿਡਨੀ ਜਿਨ੍ਹਾਂ ਨੂੰ ਅਸੀਂ ਗੁਰਦੇ ਵੀ ਕਹਿੰਦੇ ਹਾਂ, ਇੱਕ ਜੋੜਾ, one is right, one is left। ਦੋਨੋਂ ਕਿਡਨੀਜ਼ ਤੋਂ ਦੋ ਟਿਊਬਸ ਆਉਂਦੀਆਂ ਹਨ, ਜਿਨ੍ਹਾਂ ਨੂੰ ਕਹਿੰਦੇ ਹਾਂ ਯੂਰੇਟਰ। ਆਹ ਟਿਊਬਸ ਖੁੱਲਦੀਆਂ ਹਨ ਯੂਰੀਨਰੀ ਬਲੈਡਰ ਦੇ ਵਿੱਚ, ਜੋ ਅਲਟੀਮੇਟਲੀ ਖੁੱਲਦਾ ਹੈ ਯੂਰੇਥਰਾ। ਹੁਣ ਇਸ ਨੂੰ ਆਪਾਂ ਲੇਬਲ ਕਰਦੇ ਹਾਂ। ਦਿਸ ਇਜ਼ ਲੈਫਟ ਕਿਡਨੀ, ਇਹ ਹੈ ਰਾਈਟ ਕਿਡਨੀ। ਐਬਰੀਵੀਏਸ਼ਨ ਯੂਜ਼ ਕਰੂੰਗਾ ਬੇਟਾ, LKRK। LK means left kidney, RK means right kidney। One pair of kidneys, one pair ureter। This is left ureter, this is right ureter। ਇਹ ਦੋਨੋਂ ਓਪਨ ਹੁੰਦੇ ਹਨ ਯੂਰੀਨਰੀ ਬਲੈਡਰ, ਜੋ ਅਲਟੀਮੇਟਲੀ ਖੁੱਲ੍ਹਦਾ ਹੈ ਯੂਰੇਥਰਾ ਰਾਹੀਂ। ਤਾਂ ਇਹ ਹੈ ਸਾਡਾ ਐਕਸਕ੍ਰੀਟਰੀ ਸਿਸਟਮ, ਜਿਸ ਦੇ ਵਿੱਚ ਦੋ ਕਿਡਨੀਜ਼, ਦੋਨਾਂ ਕਿਡਨੀਜ਼ ਤੋਂ ਲੈਫਟ ਤੇ ਰਾਈਟ ਯੂਰੇਟਰ, ਜੋ ਓਪਨ ਹੁੰਦੇ ਹਨ ਯੂਰੀਨਰੀ ਬਲੈਡਰ ਦੇ ਵਿੱਚ, ਜੋ ਅਲਟੀਮੇਟਲੀ ਖੁੱਲ੍ਹਦਾ ਹੈ ਯੂਰੇਥਰਾ ਰਾਹੀਂ। ਹੁਣ ਇੱਕ ਇੱਥੇ ਚੀਜ਼ ਹੋਰ ਇੰਪੋਰਟੈਂਟ ਹੈ, ਉਹ ਕੀ, ਕਿਡਨੀ ਨੂੰ ਆਪਣੇ ਫੰਕਸ਼ਨ ਨੂੰ ਜਾਰੀ ਰੱਖਣ ਲਈ ਆਕਸੀਜਨੇਟਿਡ ਬਲੱਡ ਦੀ ਜ਼ਰੂਰਤ ਵੀ ਹੈ, ਤੇ ਜਿਹੜਾ ਡੀਆਕਸੀਜਨੇਟਿਡ ਬਲੱਡ ਹੈ ਉਸ ਨੂੰ ਕਿਡਨੀ ਚੋਂ ਵਾਪਸ ਵੀ ਲੈ ਕੇ ਜਾਣਾ ਹੈ। ਉਹਦੇ ਲਈ ਕੀ ਹੈ, ਦੋਨੋਂ ਕਿਡਨੀਜ਼ ਨੂੰ ਆਕਸੀਜਨੇਟਿਡ ਬਲੱਡ ਦੀ ਸਪਲਾਈ ਕਰਦੀ ਹੈ ਔਰਟਾ, AORTA। ਔਰਟਾ ਤੋਂ, ਅਬਡੋਮਿਨਲ ਔਰਟਾ, ਉਸ ਤੋਂ ਦੋ ਆਰਟਰੀਜ਼ ਲੈਫਟ ਤੇ ਰਾਈਟ ਕਿਡਨੀ ਦੇ ਵਿੱਚ ਜਾਂਦੀ ਹੈ। ਇਹਨਾਂ ਨੂੰ ਕਹਿੰਦੇ ਹਾਂ ਰੀਨਲ ਆਰਟਰੀ। ਹੁਣ ਆਕਸੀਜਨੇਟਿਡ ਬਲੱਡ ਕਿਡਨੀ ਦੇ ਵਿੱਚ ਆ ਗਿਆ, ਡੀਆਕਸੀਜਨੇਟਿਡ ਬਲੱਡ ਨੂੰ ਵੀ ਕਿਡਨੀ ਤੋਂ ਲੈ ਕੇ ਜਾਣਾ ਹੈ। ਉਸ ਲਈ ਕੌਣ ਹੈ? ਉਸ ਲਈ ਹੈ ਵੇਨਾ ਕੇਵਾ। ਉਵੇਂ ਰਾਈਟ ਤੇ ਲੈਫਟ ਵੇਨਸ ਸਪਲਾਈ ਦੇਣਗੀਆਂ। ਤਾਂ ਮੇਨ ਹੈ ਵੇਨਾ ਕੇਵਾ। ਲੈਫਟ ਤੇ ਰਾਈਟ ਦੋਨੋਂ ਕਿਡਨੀਜ਼ ਨੂੰ ਵੇਨਾ ਕੇਵਾ ਤੋਂ ਰੀਨਲ ਵੇਨਸ ਸਪਲਾਈ ਦਿੰਦੀਆਂ ਹਨ।
इस तरह ਔਟਾ ਤੋਂ ਰੀਨਲ ਆਰਟਰੀਜ਼ ਦੇ ਰਾਹੀਂ ਲੈਫਟ ਤੇ ਰਾਈਟ ਕਿਡਨੀ ਨੂੰ ਆਕਸੀਜਨੇਟਡ ਬਲੱਡ ਮਿਲ ਗਿਆ। ਵੀਨਾ ਕੇਵਾ ਰੀਨਲ ਵੇਨਸ ਰਾਈਟ ਤੇ ਲੈਫਟ ਤੋਂ ਜਿੰਨਾ ਵੀ ਡੀਆਕਸੀਜਨੇਟਡ ਬਲੱਡ ਸੀਗਾ ਉਹ ਵੀਨਾ ਕੇਵਾ ਦੇ ਰਾਹੀਂ ਕਿਡਨੀਜ਼ ਤੋਂ ਬਾਹਰ ਚਲਾ ਗਿਆ। ਦੋ ਕਿਡਨੀਜ਼ ਹਨ, ਦੋਨਾਂ ਕਿਡਨੀਜ਼ ਤੋਂ ਰਾਈਟ ਤੇ ਲੈਫਟ ਯੂਰੇਟਰ ਜੋ ਓਪਨ ਹੁੰਦੇ ਹਨ ਯੂਰੀਨਰੀ ਬਲੈਡਰ 'ਚ, ਜੋ ਅਲਟੀਮੇਟਲੀ ਯੂਰੇਥਰਾ ਜਾਂ ਮੂਤਰ ਮਾਰਗ ਰਾਹੀਂ यूरिन ਨੂੰ शरीर तो बाहर करता है। हुण गल करते हाँ किडनी की। एक सिंगल किडनी जेकर उसनूं आपां क्रॉस सैक्शन कट्टीए तो अंदरों किस तरह की हुंदी है उसनूं डायग्राम के रूप में दिखाउने हाँ। इसनूं रब कर दिंदे हां। हुण असीं गल करांगे इंटरनल स्ट्रक्चर ऑफ किडनी। बहुत ही इंटरस्टिंग टॉपिक है ये। ਹੁਣ ਸਿੰਗਲ ਕਿਡਨੀ ਉਸਦਾ ਸੈਕਸ਼ਨ ਕਰਕੇ ਦੇਖਦੇ ਹਾਂ ਵੀ ਅੰਦਰੋਂ ਕਿਡਨੀ ਜਾਂ ਗੁਰਦਾ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ, ਉਸਦੇ ਕਿੰਨੇ ਭਾਗ ਹੁੰਦੇ ਹਨ। ਤਾਂ ਸ਼ੁਰੂ ਕਰਦੇ ਹਾਂ। ਕੁਝ ਇਸ ਤਰ੍ਹਾਂ ਦੀ ਸਟਰਕਚਰ ਕਿਡਨੀ ਦੇ ਅੰਦਰੋਂ ਨਜ਼ਰ ਆਉਂਦੀ ਹੈ। आ है आउटर पोर्शन, इसनूं कहने हाँ कॉर्टेक्स। आ पिरामिड लाइक स्ट्रक्चर्स जिहड़ियां हन इन्हां नूं कहने हाँ मेड्यूला या मेड्यूलरी पिरामिड्स। हुण एक चीज होर नोट करनी, कॉर्टेक्स जिहड़ा है वो मैड्यूलरी पिरामिड्स दे विच ताईं अंदर ताईं वधिया हुंदा है। प्रोजेक्शंस कॉर्टेक्स दीयां मैड्यूलरी पिरामिड्स दे विच भी प्रोजेक्शंस हुंदियां हन। इन्हां प्रोजेक्शंस नूं कहने हां कॉलम ऑफ बर्टिन। आउटर पोर्शन कॉर्टेक्स, दिस पिरामिडिक स्ट्रक्चर मेड्यूला। कॉर्टेक्स अब मैड्यूलर पिरामिड्स दे विच वधिया हुंदा है, उस पोर्शन नूं कहने हां कॉलम ऑफ बर्टिन। आ पोर्शन हुंदा है पेल्विस, जो अल्टीमेटली खुलते हैं सारे यूरेटर। ये है किडनी का क्रॉस सैक्शन। हुण जेकर गल करिए किडनी का बेसिकली काम की है, किडनी का काम है यूरिन फॉर्मेशन करना। किडनी दे विच अजिहा किहड़ा पार्ट है जो यूरिन फॉर्मेशन च हेल्प करता है, वो है नेफ्रॉन। नेफ्रॉन किडनी की फंक्शनल यूनिट है जो यूरिन फॉर्मेशन करती है। वो किवें करती है, उसकी की क्रियाविधि है, वो असीं चैप्टर च अगे डिस्कस करांगे। हुण उस तो पहला सानू ये पता होना चाहिए कि नेफ्रॉन की किडनी दे विच लोकेशन किस तरह की है। तो उसनूं आपां देखते हैं। एक नेफ्रॉन की लोकेशन तुहानूं दिखाउणा हाँ किडनी दे विच कित्थे हुंदी है। सपोज आ एक नेफ्रॉन है, नेफ्रॉन का बूमन कैप्सूल, टीसीटी ते डीसीटी आ तीन हिस्से हुंदे हन कॉर्टेक्स दे विच। लूप ऑफ हेनले यू शेप दी जिहड़ी ट्यूब है, लूप ऑफ हेनले हुंदा है मेडुला दे विच। तां ये है लोकेशन नेफ्रॉन दी। अजिहा एक ही नेफ्रॉन नहीं हुंदा, ऑलमोस्ट पर किडनी लगभग 10 लाख नेफ्रॉन हुंदे हन। एक नेफ्रॉन मेनली सिचुएशन होगी इत्थे दिखाई गई है। हुण इसे नेफ्रॉन नूं जेकर असीं जूम करिए, मीनस इस नेफ्रॉन नूं जेकर बड़ा करके देखिए तो उसकी स्ट्रक्चर किस तरह की होंगी है। एक नेफ्रॉन की वो इधर बनाई गई है। हुण आपां डिस्कस करांगे नेफ्रॉन की स्ट्रक्चर बारे, नेफ्रॉन के किहड़े-किहड़े भाग हैं, उस तो बाद डिस्कस करांगे यूरिन फॉर्मेशन। तो ये सी किडनी दे विच नेफ्रॉन्स की पोजीशन। हुण इसनूं असीं रब कर दिंदे हां। हुण गल करदे हां नेफ्रॉन की स्ट्रक्चर बारे।
ਇਹ ਹੈ ਇੱਕ ਸਿੰਗਲ ਨੈਫਰੋਨ। ਬੇਸਿਕਲੀ ਨੈਫਰੋਨ ਦੇ ਦੋ ਮੇਨ ਹਿੱਸੇ ਹੁੰਦੇ ਹਨ। ਫਸਟ ਇਜ਼ ਕਾਲਡ ਰੀਨਲ corpuscle ਤੇ ਸੈਕੰਡ ਪੋਰਸ਼ਨ ਇਹਦਾ ਹੈ ਰੀਨਲ ਟਿਊਬਿਊਲ। ਦੋ ਹਿੱਸੇ ਨੈਫਰੋਨ ਦੇ, one is renal corpuscle, second is renal tubule। ਹੁਣ ਇੱਥੇ ਇੱਕ ਗੱਲ ਹੋਰ ਇੰਟਰਸਟਿੰਗ ਆਉਂਦੀ ਹੈ। ਨੈਫਰੋਨ ਸ਼ਬਦ ਜਿਹੜਾ ਹੈ ਉਹ ਗ੍ਰੀਕ ਲੈਂਗੁਏਜ ਤੋਂ ਲਿੱਤਾ ਗਿਆ ਹੈ, ਜਿਸ ਦਾ ਮਤਲਬ ਵੀ ਹੁੰਦਾ ਹੈ ਕਿਡਨੀ। ਸੰਖਿਆ ਤੁਹਾਨੂੰ ਇਹਨਾਂ ਦੀ ਮੈਂ ਦੱਸਦੀ, ਪਰ ਕਿਡਨੀ ਆਲਮੋਸਟ 10 ਲੱਖ ਦੇ ਅਰਾਊਂਡ ਅਬਾਊਟ ਨੈਫਰੋਨਸ ਹੁੰਦੇ ਹਨ। ਹੁਣ ਨੈਫਰੋਨ ਦੇ ਦੋ ਹਿੱਸੇ, ਫਸਟ ਇਜ਼ ਰੀਨਲ corpuscle, ਸੈਕੰਡ ਇਜ਼ ਰੀਨਲ ਟਿਊਬਿਊਲ। ਹੁਣ ਇਹ ਕੀ ਹਨ? This is renal corpuscle। Renal corpuscle ਇਸ ਦੇ basically ਦੋ ਭਾਗ ਨੇ। One is glomerulus, second is B capsule ਜਾਂ Bowman capsule। ਹੁਣ ਡਾਇਗਰਾਮ ਦੇ ਵਿੱਚ ਥੋੜਾ ਧਿਆਨ ਦੇਣਾ। Bowman capsule ਆ ਗ੍ਰੀਨ ਕਲਰ ਦਾ ਕੱਪ ਵਰਗੀ ਸਟਰਕਚਰ, ਇਸ ਨੂੰ ਕਹਿੰਦੇ ਹਾਂ Bowman capsule। And what is glomerulus? ਸੈਂਟਰ 'ਚ ਤੁਹਾਨੂੰ ਰੈੱਡ ਕਲਰ ਦਾ ਇਹ ਏਰੀਆ ਨਜ਼ਰ ਆ ਰਿਹਾ ਹੋਊਗਾ, ਇਸ ਨੂੰ ਕਹਿੰਦੇ ਹਾਂ ਗਲੋਮੈਰੁਲਸ। ਗਲੋਮੈਰੁਲਸ ਕੀ ਹੈ? ਗਲੋਮੈਰੁਲਸ ਦੇ ਵਿੱਚ ਫਾਈਨ ਕੈਪਿਲਰੀਜ਼ ਦਾ ਨੈਟਵਰਕ ਹੁੰਦਾ ਹੈ। ਬਹੁਤ ਬਾਰੀਕ ਫਾਈਨ ਕੈਪਿਲਰੀਜ਼, ਉਹਨਾਂ ਦਾ ਪੂਰਾ ਨੈਟਵਰਕ ਹੁੰਦਾ ਹੈ ਗਲੋਮੈਰੁਲਸ। ਇੱਕ ਆਰਟੀਰੀਓਲ ਜਿਸ ਤੋਂ ਬਲੱਡ ਅੰਦਰ ਜਾ ਰਿਹਾ ਹੈ, ਉਸ ਨੂੰ ਕਹਿੰਦੇ ਹਾਂ ਐਫਰੈਂਟ ਆਰਟੀਰੀਓਲ AA। बाहर जो आ रही है दैट इज कॉल्ड इफरेंट आर्टीरियोल या EA। एफरेंट आर्टीरियोल जिस तो ब्लड अंदर जा रहा है ग्लोमेरुलस च, वो थोड़ी चौड़ी हुंदी है, जबकि इफरेंट आर्टीरियोल पतली हुंदी है। ग्लोमेरुलस की है? ग्लोमेरुलस है फाइन कैपिलरीज दा नेटवर्क। एफरेंट आर्टीरियोल ब्लड ਨੂੰ ਗਲੋਮੈਰੁਲਸ 'ਚ ਲੈ ਕੇ ਜਾਂਦੀ ਹੈ। ਬਾਹਰ ਜਿਹੜੀ ਆਰਟੀਰੀਓਲ ਦੇ ਰਾਹੀਂ ਬਲੱਡ ਆ ਰਿਹਾ ਹੈ ਦੈਟ ਇਜ਼ ਕਾਲਡ ਇਫਰੈਂਟ। ਐਫਰੈਂਟ ਆਰਟੀਰੀਓਲ ਚੌੜੀ ਹੁੰਦੀ ਹੈ, ਇਫਰੈਂਟ ਆਰਟੀਰੀਓਲ ਪਤਲੀ ਹੁੰਦੀ ਹੈ। ਹੁਣ ਇਹ ਹੈ ਗਲੋਮੈਰੁਲਸ। ਕੱਪ ਲਾਈਕ ਸਟਰਕਚਰ ਇਜ਼ ਕਾਲਡ ਬੋਮਨ ਕੈਪਸੂਲ। ਨੈਫਰੋਨ ਦਾ ਪਹਿਲਾ ਭਾਗ, ਇਹਨਾਂ ਦੋਨਾਂ ਨੂੰ ਮਿਲਾ ਕੇ ਉਹਨੂੰ ਕਹਿੰਦੇ ਹਾਂ ਰੀਨਲ corpuscle। ਹੁਣ ਅੱਗੇ ਚੱਲਦੇ ਹਾਂ ਸੈਕੰਡ ਪੋਰਸ਼ਨ। ਦੂਸਰਾ ਹਿੱਸਾ ਨੈਫਰੋਨ ਦਾ, ਉਸ ਨੂੰ ਕਹਿੰਦੇ ਹਾਂ ਰੀਨਲ ਟਿਊਬਿਊਲ। ਬੋਮਨ ਕੈਪਸੂਲ ਤੋਂ ਪਿੱਛੋਂ ਆ ਜਿਹੜਾ ਪਿੰਕ, ਬਲੂ ਤੇ ਔਰੇਂਜ ਕਲਰ ਦਾ ਏਰੀਆ ਨਜ਼ਰ ਆ ਰਿਹਾ, ਟਿਊਬਿਊਲ ਨਜ਼ਰ ਆ ਰਹੀ ਹੈ, ਉਸ ਨੂੰ ਕਹਿੰਦੇ ਹਾਂ ਰੀਨਲ ਟਿਊਬਿਊਲ। ਇਸ ਦੇ ਵੀ ਤਿੰਨ ਹਿੱਸੇ ਹਨ। ਫਸਟ ਇਜ਼ PCT, ਸੈਕੰਡ ਇਜ਼ ਲੂਪ ਆਫ ਹੈਨਲੇ ਤੇ ਥਰਡ ਇਜ਼ DCT। ਹੁਣ ਡਾਇਗਰਾਮਸ ਦੇਖੀਏ। ਆ ਪਿੰਕ ਕਲਰ ਦਾ ਪੋਰਸ਼ਨ ਇਹ ਹੈ PCT। PCT means proximal convoluted tubule। PCT ਪਿੰਕ ਕਲਰ ਦਾ ਪੋਰਸ਼ਨ, ਬੋਮਨ ਕੈਪਸੂਲ ਤੋਂ ਜਸਟ ਅਗਲਾ ਪੋਰਸ਼ਨ ਟਿਊਬ ਲਾਈਕ ਸਟਰਕਚਰ, ਉਸ ਨੂੰ ਕਹਿੰਦੇ ਹਾਂ PCT, proximal convoluted tubule। ਸੈਕੰਡ ਪੋਰਸ਼ਨ ਹੈ ਰੀਨਲ ਟਿਊਬਿਊਲ ਦਾ, ਉਹਨੂੰ ਕਹਿੰਦੇ ਹਾਂ ਲੂਪ ਆਫ ਹੈਨਲੇ। ਆ ਬਲੂ ਕਲਰ ਦੀ ਸਟਰਕਚਰ ਲੂਪ ਆਫ ਹੈਨਲੇ। ਇਸ ਦੇ ਵੀ ਦੋ ਹਿੱਸੇ, ਵਨ ਇਜ਼ ਡਿਸੈਂਡਿੰਗ ਲਿੰਬ, ਘਟਦੇ ਹੋਏ ਨੀਚੇ ਨੂੰ ਜਾ ਰਹੀ ਹੈ ਜਿਹੜਾ ਭਾਗ, ਉਸ ਨੂੰ ਕਹਿੰਦੇ ਹਾਂ ਡਿਸੈਂਡਿੰਗ ਲਿੰਬ। ਜੋ ਭਾਗ ਉੱਪਰ ਨੂੰ ਜਾ ਰਿਹਾ ਹੈਨਲੇ ਲੂਪ ਦਾ, ਉਸ ਨੂੰ ਕਹਿੰਦੇ ਹਾਂ ਅਸੈਂਡਿੰਗ ਲਿੰਬ। ਹੁਣ ਇੱਥੇ ਇੱਕ ਚੀਜ਼ ਹੋਰ ਗੌਰ ਕਰਨੀ, ਡਿਸੈਂਡਿੰਗ ਲਿੰਬ ਪਤਲਾ ਹੈ, ਜਦਕਿ ਅਸੈਂਡਿੰਗ ਲਿੰਬ ਦੀ ਚੌੜਾਈ ਜ਼ਿਆਦਾ ਹੈ। ਤਾਂ ਫਸਟ ਪੋਰਸ਼ਨ PCT, ਸੈਕੰਡ ਹੈਨਲੇ ਲੂਪ, ਥਰਡ ਪੋਰਸ਼ਨ ਹੈ DCT। DCT means distal convoluted tubule। ऑरेंज कलर ਦਾ ਹਿੱਸਾ, ਇਸ ਨੂੰ ਕਹਿੰਦੇ ਹਾਂ DCT ਜਾਂ distal convoluted tubule। ਤਾਂ ਨੈਫਰੋਨ ਦੇ ਬੇਸਿਕਲੀ ਦੋ ਹਿੱਸੇ, ਫਸਟ ਇਜ਼ ਰੀਨਲ corpuscle ਜਿਹਦੇ ਵਿੱਚ ਆਉਂਦੇ ਹਨ ਗਲੋਮੈਰੁਲਸ। ਗਲੋਮੈਰੁਲਸ ਕੀ ਹੈ? ਫਾਈਨ ਕੈਪਿਲਰੀਜ਼ ਦਾ ਨੈਟਵਰਕ ਹੈ।
ਸੈਕੰਡ ਇਜ਼ ਬੋਮਨ ਕੈਪਸੂਲ, ਇਸੇ ਕੈਪਸੂਲ ਦੇ ਅੰਦਰ ਗਲੋਮੈਰੁਲਸ ਹੈ। ਤਾਂ ਦੋਨਾਂ ਨੂੰ ਕੰਬਾਈਨਡਲੀ ਕਹਿੰਦੇ ਹਾਂ ਰੀਨਲ ਕੋਰਪਸਕਲ। ਦੂਸਰਾ ਹਿੱਸਾ ਨੈਫਰੋਨ ਦਾ ਉਸ ਨੂੰ ਕਹਿੰਦੇ ਹਾਂ ਰੀਨਲ ਟਿਊਬਿਊਲ। ਉਸ ਦੇ ਤਿੰਨ ਹਿੱਸੇ, ਫਸਟ ਇਜ਼ ਪੀਸੀਟੀ ਪਿੰਕ ਕਲਰ ਦਾ ਪ੍ਰੋਕਸੀਮਲ ਕਨਵੋਲੂਟਿਡ ਟਿਊਬਿਊਲ, ਸੈਕੰਡ ਹੈ ਯੂ ਸ਼ੇਪ ਦੀ ਆਹ ਬਲੂ ਕਲਰ ਦੀ ਸਟਰਕਚਰ ਹੈਨਲੇ ਲੂਪ। ਹੈਨਲੇ ਲੂਪ ਦੇ ਦੋ ਹਿੱਸੇ, ਵਨ ਇਜ਼ ਡਿਸੈਂਡਿੰਗ ਲਿੰਬ, ਸੈਕੰਡ ਇਜ਼ ਅਸੈਂਡਿੰਗ ਲਿੰਬ। ਤੀਜਾ ਹਿੱਸਾ ਰੀਨਲ ਟਿਊਬਿਊਲ ਦਾ DCT, DCT means distal convoluted tubule, yellow color ਦੀ ਜਿਹੜੀ ਨਜ਼ਰ ਆ ਰਹੀ ਹੈ। ਤਾਂ ਇਹ ਅਲਟੀਮੇਟਲੀ DCT ਖੁੱਲੇਗੀ ਕਲੈਕਟਿੰਗ ਡਕਟ ਦੇ ਵਿੱਚ ਰੈਡ ਕਲਰ ਦੀ। ਇਹ ਸੀ ਨੈਫਰੋਨ ਦੀ ਸਟਰਕਚਰ। ਹੁਣ ਅੱਗੇ ਚੱਲਦੇ ਹਾਂ। ਅਗਲੀ ਚੀਜ਼ ਜਿਹੜੀ ਆਪਾਂ ਡਿਸਕਸ ਕਰਨੀ ਹੈ ਉਹ ਹੈ ਯੂਰਿਨ ਕੀ ਹੈ, ਕਿਵੇਂ ਬਣਦਾ ਹੈ, ਕੀ ਉਸ ਦੀ ਕੰਪੋਜੀਸ਼ਨ ਹੈ, ਕਿਹੜੇ ਕਿਹੜੇ ਸਟੈਪਸ ਹਨ ਜੋ ਐਕਸਕ੍ਰੀਟਰੀ ਸਿਸਟਮ ਦੇ ਵਿੱਚ ਯੂਰਿਨ ਫਾਰਮੇਸ਼ਨ ਦੇ ਵਿੱਚ ਹੈਲਪ ਕਰਦੇ ਹਨ। ਤਾਂ ਬੇਸਿਕਲੀ ਯੂਰਿਨ ਫਾਰਮੇਸ਼ਨ ਨੂੰ 4 ਸਟੈਪਸ 'ਚ ਡਿਵਾਈਡ ਕੀਤਾ ਜਾ ਸਕਦਾ ਹੈ। ਫਸਟ ਹੈ ਫਿਲਟ੍ਰੇਸ਼ਨ ਜਾਂ ਅਲਟਰਾਫਿਲਟ੍ਰੇਸ਼ਨ, ਸੈਕੰਡ ਰੀਐਬਜ਼ॉर्प्शन, third secretion, and fourth excretion। 4 स्टेप्स च डिवाइड करते हैं यूरिन फॉर्मेशन ਨੂੰ। फर्स्ट है फिल्ट्रेशन, सेकंड रीअब्जॉर्प्शन, थर्ड सिक्रीशन, फोर्थ एक्सक्रीशन। ਹੁਣ ਇੱਕ ਇੱਕ ਕਰਕੇ ਇਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਉਹ ਹੈ ਫਿਲਟ੍ਰੇਸ਼ਨ। ਹੁਣ ਫਿਲਟ੍ਰੇਸ਼ਨ ਕਿੱਥੇ ਹੋਣੀ ਹੈ? ਮੋਸਟ ਇੰਪੋਰਟੈਂਟ ਚੀਜ਼, ਫਿਲਟ੍ਰੇਸ਼ਨ ਹੋਵੇਗੀ ਬੋਮਨ ਕੈਪਸੂਲ ਦੇ ਵਿੱਚ। ਜਿੰਨੀ ਵੀ ਫਿਲਟ੍ਰੇਸ਼ਨ ਹੋਣੀ ਹੈ ਉਹ ਹੋਊਗੀ ਬੋਮਨ ਕੈਪਸੂਲ ਦੇ ਵਿੱਚ। ਬਾਕੀ ਤਿੰਨੋਂ ਸਟੈਪ ਇੱਕ ਵਾਰ ਰੱਬ ਕਰ ਦਿੰਦੇ ਹਾਂ। ਹੁਣ what is filtration? ਜਿੰਨਾ ਵੀ ਬਲੱਡ, ਫਸਟ ਥਿੰਗ ਐਫਰੈਂਟ ਆਰਟੀਰੀਓਲ ਜੋ ਕਿ ਜ਼ਿਆਦਾ ਚੌੜੀ ਹੈ, ਇਸ ਤੋਂ ਬਲੱਡ ਜਿਹੜਾ ਗਲੋਮੈਰੁਲਸ 'ਚ ਜਾ ਰਿਹਾ ਹੈ ਹਾਈ ਪ੍ਰੈਸ਼ਰ ਤੇ ਜਾਏਗਾ। ਹਾਈਡਰੋਸਟੈਟਿਕ ਪ੍ਰੈਸ਼ਰ ਜਿਹੜਾ ਹੈ ਗਲੋਮੈਰੁਲਸ ਦਾ ਉਹ ਵੱਧ ਜਾਏਗਾ। ਦੂਸਰੀ ਚੀਜ਼, ਇਸ ਦੇ ਅੰਦਰ ਮੈਂਬਰੇਨ ਸੈਮੀ ਪਰਮੀਏਬਲ ਹੁੰਦੀ ਹੈ। ਸੈਮੀ ਪਰਮੀਏਬਲ ਮੀਨਸ ਕੁਝ ਸਬਸਟੈਂसेस ਨੂੰ ਫਿਲਟਰ, ਕੁਝ ਸਬਸਟੈਂਸ ਇਥੋਂ ਬਲੱਡ ਚੋਂ ਫਿਲਟਰ ਹੋ ਜਾਣਗੇ ਲੇਕਿਨ ਕੁਝ ਨਹੀਂ ਹੋਣਗੇ। ਹੁਣ ਕਿਹੜੇ ਹੋ ਜਾਣਗੇ ਤੇ ਕਿਹੜੇ ਨਹੀਂ ਹੋਣਗੇ? ਸਮਾਲ ਸਬਸਟੈਂਸ ਜਿਹੜੇ ਹੈ ਜਾਂ ਮੋਲੀਕਿਊਲ, ਸਮਾਲ ਮੋਲੀਕਿਊਲਸ ਜਿਹੜੇ ਹੈ ਉਹ ਗਲੋਮੈਰੁਲਸ ਚੋਂ ਫਿਲਟਰ ਹੋ ਜਾਂਦੇ ਹੈ, ਬਟ ਲਾਰਜ ਮੋਲੀਕਿਊਲਸ ਫਿਲਟਰ ਨਹੀਂ ਹੁੰਦੇ। ਹੁਣ ਸਮਾਲ ਮੋਲੀਕਿਊਲਸ ਦੇ ਵਿੱਚ ਕੀ ਕੁਛ ਆ ਗਿਆ ਤੇ ਲਾਰਜ ਮੋਲੀਕਿਊਲਸ ਦੇ ਵਿੱਚ ਕੀ ਕੁਛ ਆ ਗਿਆ। ਹੁਣ ਫਿਲਟ੍ਰੇਸ਼ਨ ਹੋਣੀ ਕਿੱਥੋਂ? ਬਲੱਡ ਚੋਂ ਹੀ ਜਿੰਨੇ ਵੀ ਸਮਾਲ ਮੋਲੀਕਿਊਲਸ ਨੇ ਉਹ ਗਲੋਮੈਰੁਲਸ ਤੋਂ ਫਿਲਟਰ ਹੋ ਕੇ ਬੋਮਨ ਕੈਪਸੂਲ ਤੋਂ ਹੁੰਦੇ ਹੋਏ ਰੀਨਲ ਟਿਊਬਿਊਲ ਦੇ ਵਿੱਚ ਆਉਣਗੇ। ਸਮਾਲ ਮੋਲੀਕਿਊਲਸ ਦੇ ਵਿੱਚ ਕੀ ਕੁਛ ਆ ਗਿਆ ਜਿਹੜਾ ਕਿ ਇਥੋਂ ਗਲੋਮੈਰੁਲਸ ਚੋਂ ਫਿਲਟਰ ਹੋ ਜਾਵੇਗਾ। ਇਹਦੇ ਵਿੱਚ ਆ ਜਾਣਗੇ, ਫਸਟ ਥਿੰਗ ਇਜ਼ ਵਾਟਰ, NaCl, glucose, वाटर, NaCl, ग्लूकोज, अमीनो एसिड। इसको मैं ए नाल मेंशन कर रहे हैं, कैपिटल A डॉट कैपिटल A फॉर अमीनो, A फॉर एसिड। तो वाटर, NaCl, ग्लूकोज, अमीनो एसिड, क्रिएटिनिन, यूरिया एटसेट्रा। ये सारे स्मॉल सबस्टांसिस ने ਜਿਹੜੇ ਗਲੋਮੈਰੁਲਸ ਚੋਂ ਫਿਲਟਰ ਹੋ ਕੇ ਰੀਨਲ ਟਿਊਬਿਊਲ ਦੇ ਵਿੱਚ ਆ ਜਾਣਗੇ। ਲਾਰਜ ਮੋਲੀਕਿਊਲਸ
ਕਿਹੜੇ ਹਨ ਜਿਹੜੇ ਇਹਦੇ ਵਿੱਚੋਂ ਫਿਲਟਰ ਨਹੀਂ ਹੋਣਗੇ? ਲਾਰਜ ਮੋਲੀਕਿਊਲ ਇਹਦੇ ਵਿੱਚ ਆ ਗਏ ਬਲੱਡ ਦੀਆਂ ਸੈਲਸ, WBC, RBC ਐਕਸੈਟਰਾ, ਤੇ ਪ੍ਰੋਟੀਨ। ਇਹਨਾਂ ਦਾ ਸਾਈਜ਼ ਵੱਡਾ ਹੁੰਦਾ ਹੈ ਤਾਂ ਇਹ ਗਲੋਮੈਰੁਲਸ ਚੋਂ ਸੈਮੀ ਪਰਮੀਏਬਲ ਮੈਂਬਰੇਨ ਚੋਂ ਫਿਲਟਰ ਹੋ ਕੇ ਅੱਗੇ ਨਹੀਂ ਜਾਂਦੇ। ਤਾਂ ਇਸ ਤਰ੍ਹਾਂ ਜਿੰਨਾ ਵੀ ਬਲੱਡ ਐਫਰੈਂਟ ਆਰਟੀਰੀਅਲ ਤੋਂ ਗਲੋਮੈਰੁਲਸ 'ਚ ਪਹੁੰਚਿਆ, ਇਥੋਂ ਸੈਮੀ ਪਰਮੀਏਬਲ ਮੈਂਬਰੇਨ ਚੋਂ ਫਿਲਟਰ ਹੋ ਜਾਣਗੇ ਕਿ ਕੌਣ? ਸਮਾਲ ਮੋਲੀਕਿਊਲਸ। ਲਾਰਜ ਵਾਲੇ ਫਿਲਟਰ ਨਹੀਂ ਹੋਣਗੇ ਜਿਹਦੇ ਵਿੱਚ ਬਲੱਡ ਦੀਆਂ ਸੈਲਸ ਤੇ ਪ੍ਰੋਟੀਨਸ ਆਉਂਦੇ ਹਨ। ਹੁਣ ਪਹਿਲਾ ਸਟੈਪ ਸਾਡਾ ਹੋ ਗਿਆ ਫਿਲਟਰੇਸ਼ਨ ਦਾ, ਜੋ ਹੋਇਆ ਕਿੱਥੇ? ਗਲੋਮੈਰੁਲਸ ਚੋਂ ਫਿਲਟਰੇਟ ਆ ਗਏ ਬੋਮਨ ਕੈਪਸੂਲ ਤੋਂ ਹੁੰਦੇ ਹੋਏ ਆ ਰੀਨਲ ਟਿਊਬਿਊਲ ਦੇ ਵਿੱਚ। ਇਹ ਸੀ ਸਾਡਾ ਪਹਿਲਾ ਸਟੈਪ। ਹੁਣ ਅੱਗੇ ਚੱਲਦੇ ਹਾਂ ਸੈਕੰਡ ਸਟੈਪ। ਪਹਿਲਾ ਸਟੈਪ ਸਾਡਾ ਬੋਮਨ ਕੈਪਸੂਲ 'ਚ ਕੰਪਲੀਟ ਹੋ ਗਿਆ। ਸੈਕੰਡ ਸਟੈਪ ਸਾਡਾ ਹੈ ਰੀਐਬਜ਼ੌਰਪਸ਼ਨ, ਤੇ ਥਰਡ ਹੈ ਸਿਕਰੀਸ਼ਨ, ਤੇ ਫੋਰਥ ਹੈ ਐਕਸਕ੍ਰੀਸ਼ਨ। ਹੁਣ ਪਾਰਟ ਵਾਈਜ਼ ਇਹਨਾਂ ਨੂੰ ਆਪਾਂ ਡਿਸਕਸ ਕਰਦੇ ਹਾਂ। ਕਿਹੜੇ ਪਾਰਟ ਦੇ ਵਿੱਚ ਕਿਹੜੀ ਚੀਜ਼ ਅਬਜ਼ੌਰਬ ਹੋਊਗੀ, ਕਿਹੜੀ ਚੀਜ਼ ਸਿਕਰੀਟ ਹੋਊਗੀ, ਤੇ ਐਕਸਕ੍ਰੀਸ਼ਨ ਕਿਵੇਂ ਹੋਊਗਾ। ਹੁਣ ਪਹਿਲਾ ਸਟੈਪ ਸਾਡਾ ਕਲੀਅਰ ਹੈ, ਫਿਲਟਰੇਸ਼ਨ ਸਾਡੀ ਬੋਮਨ ਕੈਪਸੂਲ 'ਚ ਹੋ ਗਈ। ਹੁਣ ਬੋਮਨ ਕੈਪਸੂਲ ਦੇ ਵਿੱਚੋਂ ਫਿਲਟਰੇਟ ਜਿਹੜਾ ਹੈ ਉਹ ਕਿੱਥੇ ਆਊਗਾ? ਸਭ ਤੋਂ ਪਹਿਲਾਂ ਆਊਗਾ PCT ਦੇ ਵਿੱਚ। PCT ਦੇ ਵਿੱਚ ਹੁਣ ਕੀ ਕੁਛ ਰੀਅਬਜ਼ੌਰਬ ਹੋਊਗਾ ਤੇ ਕੀ ਕੁਛ ਸਿਕਰੀਟ ਹੋਊਗਾ। ਰੀਅਬਜ਼ੌਰਪਸ਼ਨ ਲਈ ਮੈਂ R ਯੂਜ਼ ਕਰਦਾ, ਸਿਕਰੀਸ਼ਨ ਲਈ ਮੈਂ S ਯੂਜ਼ ਕਰਦਾ। ਹੁਣ PCT ਦੇ ਵਿੱਚ, PCT ਮੀਨਸ ਅ ਪਿੰਕ ਕਲਰ ਦਾ ਪੋਰਸ਼ਨ, ਪ੍ਰੋਕਸੀਮਲ ਕਨਵੋਲੇਟਿਡ ਟਿਊਬਿਊਲ, ਜਿਹਦੇ ਵਿੱਚ ਹੁਣ ਫਿਲਟਰੇਟ ਆ ਗਿਆ ਹੈ। ਇੱਥੇ ਰੀਅਬਜ਼ੌਰਪਸ਼ਨ ਕਿਸ ਚੀਜ਼ ਦੀ ਹੋਊਗੀ ਤੇ ਕਿੰਨੀ ਹੋਊਗੀ। ਦੂਸਰੀ ਚੀਜ਼ ਇੱਕ ਹੋਰ ਤੁਹਾਨੂੰ ਦੱਸਦਾ, ਮੈਕਸਿਮਮ ਰੀਅਬਜ਼ੌਰਪਸ਼ਨ ਜਿਹੜਾ ਹੈ ਉਹ PCT ਦੇ ਵਿੱਚ ਹੋ ਜਾਂਦਾ ਹੈ। ਮੇਨਲੀ PCT ਦਾ ਕੰਮ ਕੀ? ਮੈਕਸਿਮਮ ਰੀਅਬਜ਼ੌਰਪਸ਼ਨ ਕਰਨਾ। ਲੂਪ ਆਫ ਹੈਨਲੇ ਦਾ ਕੰਮ ਕੀ? ਯੂਰਿਨ ਦੇ ਵਿੱਚ ਕੰਸੈਂਟ੍ਰੇਸ਼ਨ, ਯੂਰਿਨ ਕੰਸੈਂਟ੍ਰੇਸ਼ਨ ਨੂੰ ਡਿਸਾਈਡ ਕਰਦਾ ਹੈ ਹੈਨਲੇ ਲੂਪ। ਤੇ DCT ਦਾ ਕੰਮ ਕੀ? DCT ਫਾਈਨ ਟਿਊਨਿੰਗ ਕਰਦੀ ਹੈ। ਤਾਂ ਮੈਕਸਿਮਮ ਰੀਅਬਜ਼ੌਰਪਸ਼ਨ PCT ਦੇ ਵਿੱਚ ਹੋ ਗਿਆ। ਹੁਣ ਰੀਅਬਜ਼ੌਰਪਸ਼ਨ ਦੇ ਵਿੱਚ ਕੀ ਕੁਛ ਹੈ ਤੇ ਕਿੰਨੀ ਮਾਤਰਾ 'ਚ ਹੈ, ਉਸ ਨੂੰ ਆਪਾਂ ਇੱਕ ਟੇਬਲ ਦੇ ਰੂਪ 'ਚ ਲਿਖਦੇ ਹਾਂ। ਪੋਟੈਸ਼ੀਅਮ ਆਇਨਸ ਹੋ ਗਏ, ਪਾਣੀ ਹੋ ਗਿਆ, NaCl, ਗਲੂਕੋਜ਼, HCO3। ਹੁਣ ਕਿੰਨੀ ਮਾਤਰਾ ਦੇ ਵਿੱਚ ਕਿਹੜੀ ਚੀਜ਼ ਰੀਅਬਜ਼ੌਰਬ ਹੋਊਗੀ? ਪਾਣੀ। ਆਲਮੋਸਟ 65% ਵਾਟਰ ਜਿਹੜਾ ਹੈ PCT ਦੇ ਵਿੱਚ ਰੀਅਬਜ਼ੌਰਬ ਬੋਡੀ ਦੁਆਰਾ ਕਰ ਲਿਆ ਜਾਂਦਾ ਹੈ। ਉਸ ਤੋਂ ਬਾਅਦ NaCl, ਸੋਡੀਅਮ ਕਲੋਰਾਈਡ, ਆਲਮੋਸਟ 65% ਜਿਹੜਾ ਹੈ ਉਹ PCT ਦੇ ਵਿੱਚ ਰੀਅਬਜ਼ੌਰਬ ਹੋ ਜਾਂਦਾ ਹੈ। ਗਲੂਕੋਜ਼ 100% PCT ਦੇ ਵਿੱਚ ਅਬਜ਼ੌਰਬ ਹੋ ਜਾਂਦਾ ਹੈ। HNO3 ਆਲਮੋਸਟ 90% ਅਬਜ਼ੌਰਬ ਹੋ ਜਾਂਦਾ ਹੈ। ਨਾਲ ਹੀ ਅਮੀਨੋ ਐਸਿਡਸ, ਅਮੀਨੋ ਐਸਿਡ ਜਿਹੜੇ ਨੇ ਉਹ ਵੀ ਆਲਮੋਸਟ 100% ਰੀਅਬਜ਼ੌਰਬ ਹੋ ਜਾਂਦੇ ਹਨ PCT ਦੇ ਵਿੱਚ। ਹੁਣ ਸਿਕਰੀਸ਼ਨ, PCT ਦੇ ਵਿੱਚ ਸਿਕਰੀਟ ਕੀ ਕੀਤਾ ਜਾਊਗਾ, ਕੀ ਉਹਦੇ ਵਿੱਚ ਛੱਡਿਆ ਜਾਊਗਾ ਜਿਹਨੂੰ ਯੂਰਿਨ ਦੇ ਨਾਲ ਬੋਡੀ ਚੋਂ ਪਾਸ ਆਊਟ ਕਰਨਾ ਹੈ। ਇਹਦੇ ਵਿੱਚ ਕੀ ਆਊਗਾ? ਵਨ ਇਜ਼ ਯੂਰਿਕ ਐਸਿਡ, ਕ੍ਰੀਏਟਿਨਿਨ, ਅਮੋਨੀਆ। ਇਹ ਕੁਝ ਪਦਾਰਥ ਨੇ, ਉਸ ਦੇ ਨਾਲ ਕੁਝ ਆਰਗੈਨਿਕ ਕੰਪਾਊਂਡਸ ਹੋਣਗੇ, ਆਰਗੈਨਿਕ ਕੰਪਾਊਂਡਸ प्लस ड्रग्स, यूरिक एसिड, क्रिएटिनिन, अमोनिया, यूरिया, ड्रग्स, ऑर्गेनिक कंपाउंड्स ये सिक्रीट किए जाते हैं पीसीटी दे विच, जो अगे चलणगे, अगे किथे जाणगे, अगे जाणगे वो हैनले लूप दे विच। हुण पीसीटी दे विच रीअब्जॉर्प्शन भी हो गई, सिक्रीशन भी हो गई। अगे चलते हैं लूप ऑफ हैनले दे विच। लूप ऑफ हैनले
ਜਿਵੇਂ ਤੁਹਾਨੂੰ ਦੱਸਿਆ, वन इज डिसेंडिंग लिम्ब जो थल्ले ਨੂੰ ਜਾ ਰਹੀ ਹੈ, सेकंड इज असेंडिंग लिम्ब जो ऊपर जा रही है। असेंडिंग लिम्ब डिसेंडिंग लिम्ब तो थोड़ी जी ज्यादा चौड़ी ਹੁੰਦੀ ਹੈ। ਹੁਣ ਲੂਪ ਆਫ ਹੈਨਲੇ, ਲੂਪ ਆਫ ਹੈਨਲੇ ਦੀ ਜਿਹੜੀ डिसेंडिंग लिम्ब ਹੈ, ਇਹ ਮੈਂ DL ਨਾਲ ਮੈਂਸ਼ਨ ਕਰਦਾ ਹਾਂ। ਇਹ ਪਾਣੀ ਲਈ H2O ਲਈ ਹਾਈਲੀ ਪਰਮੀਏਬਲ ਹੈ। मतलब डिसेंडिंग लिम्ब चों पानी पास आउट हो सकता है, बट इलैक्ट्रोलाइट लिए परमीएबल नहीं है। डिसेंडिंग लिम्ब पानी ਲਈ परमीएबल है, बट इलैक्ट्रोलाइट्स ਲਈ परमीएबल नहीं है। असेंडिंग लिम्ब ऊपर जा रही है ਜਿਹੜੀ, ਇਹਦਾ जस्ट ऑपोजिट है, वो पानी ਲਈ परमीएबल नहीं है, इलैक्ट्रोलाइट ਲਈ परमीएबल है। ਤਾਂ ਹੁਣ ਹੈਨਲੇ ਲੂਪ ਦੇ ਵਿੱਚ ਡਿਸੈਂਡਿੰਗ ਲਿੰਬ ਤੇ ਅਸੈਂਡਿੰਗ ਲਿੰਬ ਉੱਥੇ ਕੀ ਕੁਝ ਰੀਅਬਜ਼ੌਰਬ ਹੋਣਾ ਹੈ ਤੇ ਕੀ ਕੁਝ ਸਿਕਰੀਟ ਹੋਣਾ ਹੈ, ਇਸ ਤੋਂ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। ਤਾਂ ਪਾਣੀ ਜਿਹੜਾ ਹੈ ਉਹ ਡਿਸੈਂਡਿੰਗ ਲਿੰਬ ਦੇ ਵਿੱਚੋਂ, ਕਿਉਂਕਿ ਪਰਮੀਏਬਲ ਹੈ, ਉਹ ਉਥੋਂ ਦੁਬਾਰਾ ਅਬਜ਼ੌਰਬ ਕਰ ਲਿਆ ਜਾਏਗਾ। ਹੁਣ ਅਸੈਂਡਿੰਗ ਲਿੰਬ ਦੇ ਵਿੱਚ ਇਲੈਕਟ੍ਰੋਲਾਈਟਸ ਨੇ ਜਿਹੜੇ ਪਾਸ ਆਊਟ ਹੋ ਸਕਦੇ ਹਨ, ਪਰਮੀਏਬਲ ਹੈ ਉਹਨਾਂ ਲਈ, ਪਾਣੀ ਲਈ ਬਿਲਕੁਲ ਨਹੀਂ ਹੈ। ਤਾਂ ਇੱਥੇ ਕੀ ਹੋਵੇਗਾ, NaCl ਆਲਮੋਸਟ 25% ਪਾਸ ਆਊਟ ਹੋ ਜਾਂਦਾ ਹੈ ਪਰਮੀਏਬਲ ਉਹਦੇ ਲਈ। ਕੌਣ? ਅਸੈਂਡਿੰਗ ਲਿੰਬ। ਤਾਂ ਇਸ ਤਰ੍ਹਾਂ ਹੁਣ ਜਦੋਂ ਡਿਸੈਂਡਿੰਗ ਲਿੰਬ ਤੋਂ ਪਾਣੀ ਦੁਬਾਰਾ ਰੀਅਬਜ਼ੌਰਬ ਕਰ ਲਿਆ ਜਾਏਗਾ, ਤਾਂ ਹੈਨਲੇ ਲੂਪ ਦੀ ਇਸ ਪੋਜੀਸ਼ਨ ਤੇ ਜਦੋਂ ਫਿਲਟਰੇਟ ਆਊਗਾ, ਉਸ ਦੀ ਕੰਸੈਂਟ੍ਰੇਸ਼ਨ ਹਾਈ ਹੋ ਜਾਂਦੀ ਹੈ। ਇਸ ਤਰ੍ਹਾਂ ਅੱਗੇ ਚੱਲਦਾ ਚੱਲਦਾ ਹੁਣ ਅਸੈਂਡਿੰਗ ਲਿੰਬ ਤੋਂ NaCl ਆਲਮੋਸਟ 25% ਰੀਅਬਜ਼ੌਰਬ ਹੋ ਗਿਆ। ਹੁਣ ਗੱਲ ਕਰਦੇ ਹਾਂ DCT ਦੀ, ਲਾਸਟ ਰੀਨਲ ਟਿਬਿਊਲ ਦਾ ਭਾਗ, DCT ਜਾਂ ਡਿਸਟਲ ਕਨਵੋਲੂਟਿਡ ਟਿਬਿਊਲ। ਇੱਥੇ ਕੀ ਕੁਝ ਅਬਜ਼ੌਰਬ ਹੋਏਗਾ, ਕੀ ਕੁਝ ਉਹਦੇ ਵਿੱਚ ਸਿਕਰੀਟ ਕੀਤਾ ਜਾਏਗਾ। ਤਾਂ ਅਬਜ਼ੌਰਪਸ਼ਨ, ਹੁਣ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, DCT ਬੇਸਿਕਲੀ ਫਾਈਨ ਟਿਊਨਿੰਗ ਕਰਦੀ ਹੈ ਜਿੰਨਾ ਵੀ ਯੂਰਿਨ ਫਾਰਮੇਸ਼ਨ ਨੈਫਰੋਨ 'ਚ ਹੋ ਰਿਹਾ। PCT ਤਾਂ ਮੈਕਸਿਮਮ ਰੀਅਬਜ਼ੌਰਪਸ਼ਨ PCT ਤਾਂ ਹੀ ਕਰਤਾ। ਹੈਨਲੇ ਲੂਪ ਨੇ ਕੰਮ ਕੀ ਕਰਨਾ ਹੈ, ਉਹਨੇ ਯੂਰਿਨ ਦੇ ਵਿੱਚ ਜਿਹੜੀ ਵਾਟਰ ਦੀ ਕੰਸੈਂਟ੍ਰੇਸ਼ਨ ਹੈ ਉਹ ਡਿਸਾਈਡ ਕਰਨੀ ਹੈ, ਤੇ DCT ਨੇ ਫਾਈਨ ਟਿਊਨਿੰਗ ਕਰਨੀ ਹੈ। ਹੁਣ DCT ਦੇ ਵਿੱਚ ਕੀ ਹੋਊਗਾ, ਡਿਸਟਲ ਕਨਵੋਲੂਟਿਡ ਟਿਬਿਊਲ ਦੇ ਵਿੱਚ NaCl ਆਲਮੋਸਟ 5% ਜਿਹੜਾ ਹੈ ਉਹ ਰੀਅਬਜ਼ੌਰਬ ਕਰ ਲਿੱਤਾ ਜਾਂਦਾ ਹੈ, ਨਾਲ ਹੀ ਪਾਣੀ, ਕੁਝ ਪਾਣੀ ਵੀ ਰੀਅਬਜ਼ੌਰਬ ਕਰ ਦਿੱਤਾ ਜਾਂਦਾ ਹੈ। ਹੁਣ ਇਹ ਤਾਂ ਹੈ ਰੀਅਬਜ਼ੌਰਪਸ਼ਨ। ਸਿਕਰੀਟ, ਇਹਦੇ ਚ ਸਿਕਰੀਟ ਕੀ ਕੀਤਾ ਜਾਊਗਾ, ਉਹਦੇ ਵਿੱਚ ਆਉਣਗੇ ਪੋਟੈਸ਼ੀਅਮ ਆਇਨਸ, ਹਾਈਡਰੋਜਨ ਆਇਨਸ, ਈਵਨ ਅਮੋਨੀਆ ਆਇਨਸ। ਇਹਨਾਂ ਨੂੰ ਸਿਕਰੀਟ ਕੀਤਾ ਜਾਂਦਾ ਹੈ ਯੂਰਿਨ ਦੇ ਵਿੱਚ, DCT ਦੇ ਵਿੱਚ। ਤਾਂ ਇਸ ਤਰ੍ਹਾਂ ਜਿੰਨਾ ਵੀ ਫਿਲਟਰੇਟ ਗਲੋਮੈਰੁਲਸ ਜੋ ਫਿਲਟਰ ਹੋ ਕੇ ਆਇਆ, ਉਹ ਕਿੱਥੇ ਆਇਆ, ਬੋਮਨ ਕੈਪਸੂਲ ਤੋਂ ਹੋ ਕੇ PCT। PCT ਮੈਕਸਿਮਮ ਰੀਅਬਜ਼ੌਰਪਸ਼ਨ ਕਰ ਦਿੰਦੀ ਹੈ। ਹੁਣ ਇੱਥੇ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਹਾਂ, ਯੂਰਿਨ ਦੇ ਬਾਰੇ ਡੇਲੀ ਆਲਮੋਸਟ 180 ਲੀਟਰ ਪਰ ਡੇ ਬੋਮਨ ਕੈਪਸੂਲ ਤੋਂ ਫਿਲਟਰੇਟ ਰੀਨਲ ਟਿਬਿਊਲ ਚ ਆਉਂਦੇ ਹਨ, ਪਰ ਡੇਲੀ ਅਸੀਂ 180 ਲੀਟਰ ਯੂਰਿਨ ਪਾਸ ਆਊਟ ਨਹੀਂ ਕਰਦੇ। ਇਸ 180 ਲੀਟਰ ਫਿਲਟਰੇਟ ਦਾ ਸਿਰਫ 1% ਹਿੱਸਾ ਹੀ ਯੂਰਿਨ ਹੁੰਦਾ ਹੈ ਜੋ ਅਸੀਂ ਸਰੀਰ ਚੋਂ ਬਾਹਰ ਕੱਢਦੇ ਹਾਂ। ਤਾਂ ਬਾਕੀ 99% ਕਿੱਥੇ ਗਿਆ, ਉਹ 99% ਦੁਬਾਰਾ ਰੀਅਬਜ਼ੌਰਬ ਕਰ ਲਿਆ ਜਾਂਦਾ ਹੈ ਬੋਡੀ ਨੂੰ, ਕਿਉਂਕਿ ਅਸੀਂ ਸਾਡੇ ਸਰੀਰ ਦੇ ਵਿੱਚੋਂ ਪਾਣੀ ਨੂੰ ਐਕਸੈਸ ਮਾਤਰਾ 'ਚ ਅਫੋਰਡ ਨਹੀਂ ਕਰਦੇ ਸਰੀਰ ਚੋਂ ਕੱਢਣਾ। ਜੇਕਰ ਉਹ 180 ਲੀਟਰ ਦਾ 180 ਲੀਟਰ ਫਿਲਟਰੇਟ ਬੋਡੀ ਚੋਂ ਬਾਹਰ ਚਲਾ ਜਾਏ ਤਾਂ ਅਸੀਂ ਡੀਹਾਈਡਰੇਟ ਹੋ ਜਾਵਾਂਗੇ, ਤਾਂ ਸਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਤਾਂ ਇੱਥੇ ਕੀ ਹੁੰਦਾ ਹੈ ਕਿਡਨੀਜ਼ ਦੇ ਵਿੱਚ, ਇਸ 180 ਲੀਟਰ ਜਿਹੜਾ ਫਿਲਟਰੇਟ ਇੱਥੋਂ ਆਇਆ ਉਸ ਦਾ 99% ਅਬਜ਼ੌਰਬ ਕਰ ਲਿਆ ਜਾਂਦਾ ਹੈ, ਤੇ 1% ਹੀ ਸਿਰਫ ਯੂਰਿਨ ਦੇ ਫਾਰਮ ਸਾਡੇ ਸਰੀਰ ਤੋਂ ਬਾਹਰ ਜਾਂਦਾ ਹੈ। ਤਾਂ ਇਸ ਤਰ੍ਹਾਂ ਜਿੰਨਾ ਵੀ ਫਿਲਟਰੇਟ ਨੈਫਰੋਨ ਦੇ ਗਲੋਮੈਰੁਲਸ ਚੋਂ ਟਿਬਿਊਲਸ ਚ ਆਉਂਦਾ ਹੈ,
ਉਹ ਰੀਅਬਜ਼ੌਰਬ ਹੋ ਕੇ ਕੁਝ ਜਿਹੜੇ ਕਿ ਟੌਕਸਿਕ ਮਟੀਰੀਅਲ ਹਨ ਉਹ ਸਿਕਰੀਟ ਵੀ ਕਰ ਦਿੱਤੇ ਜਾਂਦੇ ਹਨ ਇਸ ਫਿਲਟਰੇਟ ਦੇ ਵਿੱਚ। ਇਸ ਤਰ੍ਹਾਂ ਅਲਟੀਮੇਟਲੀ ਉਹ ਪਹੁੰਚਦਾ ਹੈ ਕਲੈਕਟਿੰਗ ਡਕਟ ਦੇ ਵਿੱਚ। ਤੇ ਕਲੈਕਟਿੰਗ ਡਕਟ ਜਿਹੜੀ ਹੈ ਉਹ ਕਲੈਕਟਿੰਗ ਡਕਟਸ ਖੁੱਲਦੀਆਂ ਹਨ ਯੂਰੇਟਰ ਦੇ ਵਿੱਚ। ਜਦੋਂ ਆਪਾਂ ਡਾਇਗਰਾਮ ਬਣਾਇਆ ਸੀ ਐਕਸਕ੍ਰੀਟਰੀ ਸਿਸਟਮ ਦਾ, ਦੋਨੋਂ ਕਿਡਨੀਜ਼ ਤੋਂ ਦੋ ਟਿਊਬਸ ਆਉਂਦੀਆਂ ਹਨ ਜਿਨ੍ਹਾਂ ਨੂੰ ਯੂਰੇਟਰ ਕਹਿੰਦੇ ਹਾਂ। ਤਾਂ ਇਹ ਕਲੈਕਟਿੰਗ ਡਕਟਸ ਚੋਂ ਜਿੰਨਾ ਵੀ ਯੂਰਿਨ ਹੈ ਉਹ ਯੂਰੇਟਰਸ ਦੇ ਵਿੱਚ ਜਾਊਗਾ, ਯੂਰੇਟਰਸ ਤੋਂ ਹੋ ਜਾਏਗਾ ਯੂਰੀਨਰੀ ਬਲੈਡਰ 'ਚ, ਤੇ ਉਸ ਤੋਂ ਯੂਰੇਥਰਾ ਦੇ ਰਾਹੀਂ ਬੋਡੀ ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਤਾਂ ਇਹ ਸੀ ਸਾਡਾ ਐਕਸਕ੍ਰੀਟਰੀ ਸਿਸਟਮ। ਐਕਸਕ੍ਰੀਟਰੀ ਸਿਸਟਮ ਰਾਹੀਂ ਸਾਡੀ ਬੋਡੀ ਸਾਡੇ ਸਰੀਰ ਦੇ ਵਿੱਚੋਂ ਵੇਸਟ ਤੇ ਟੌਕਸਿਕ ਮਟੀਰੀਅਲਸ ਉਹਨਾਂ ਨੂੰ ਬੋਡੀ ਚੋਂ ਬਾਹਰ ਕੱਢਦੀ ਹੈ। ਪਾਰਟ